ਹੈਲੋ अस्सलाम वालेकुम जी। ਵੈਲਕਮ ਕਹਿੰਦੇ ਹਾਂ ਤੁਹਾਨੂੰ ਆਪਣੇ ਇਸ ਨਵੇਂ ਵਲੋਗ ਦੇ ਵਿੱਚ। ਅੱਜ ਦੇ ਜਿਹੜਾ ਅਸੀਂ ਵਲੋਗ ਬਣਾ ਰਹੇ ਹਾਂ ਜੀ, ਐਸੇ ਮਹਿਮਾਨ ਦੇ ਨਾਲ ਤੁਹਾਡਾ ਨਾ ਤਾਂ ਮੁਲਾਕਾਤ ਕਰਵਾ ਰਹੇ ਹਾਂ ਕਿ ਪਹਿਲੇ ਦਿਨ ਆਪਣੇ ਯਾਰਾਂ ਦੋਸਤਾਂ ਨਾਲ ਤੁਹਾਡੀ ਨਾ ਮੁਲਾਕਾਤ ਕਰਵਾਈਏ, ਰਿਸ਼ਤੇਦਾਰਾਂ ਨਾਲ ਕਰਵਾਈਏ। ਹਰ ਕਿਸਮ ਦੀ ਮੈਂ ਵੀਡੀਓ ਬਣਾਉਂਦਾ ਵਾਂ ਅਤੇ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਹਾ ਉਹਦਾ ਨਾ ਅਲੱਗਾ ਵੀਡੀਓ ਹੈ। ਸਾਡੀ ਬਾਜੀ ਨੇ ਅਤੇ ਉਹਨਾਂ ਦਾ ਨਾਮ ਬਾਜੀ ਗੋਰੀ ਹੈ। ਉਹ ਸਾਨੂੰ ਨਾ ਮਿਲਣ ਵਾਸਤੇ ਆਉਂਦੇ ਨੇ ਮਹੀਨੇ ਬਾਅਦ, ਡੇਢ ਮਹੀਨੇ ਬਾਅਦ। ਦਿਲ ਕੀਤਾ ਕਿ ਮੈਂ ਜੀ ਆਪਣੀ ਬਾਜੀ ਨਾਲ ਗੱਪਸ਼ਪ ਲਗਾਵਾਂ ਅਤੇ ਨਾਲੇ ਮੈਂ ਤੁਹਾਨੂੰ ਵੀ ਆਪਣੀ ਨਾ ਬਾਜੀ ਨਾਲ ਮਿਲਾਵਾਂ ਜ਼ਰਾ ਕਿ ਬਾਜੀ ਗੋਰੀ ਸਾਨੂੰ ਮਿਲਣ ਵਾਸਤੇ ਆਏ ਨੇ। ਅਤੇ ਮਾਸ਼ਾਅੱਲਾ ਤੁਹਾਨੂੰ ਵੀ ਬਹੁਤ, ਤੁਸੀਂ ਵੀ ਇੰਜੋਏ ਕਰੋਗੇ ਉਹਨਾਂ ਦੀ ਗੱਲਾਂ ਬਾਤਾਂ ਨਾਲ, ਉਹਨਾਂ ਦੀ ਲਾਈਫ 'ਤੇ ਮੈਂ ਥੋੜ੍ਹੀ ਬਹੁਤੀ ਨਾਲ ਡਿਸਕਸ ਕਰਨ ਲੱਗਾ ਉਹਨਾਂ ਨਾਲ। ਅਤੇ ਜ਼ਰਾ ਤੁਸੀਂ ਜ਼ਰਾ ਨਾ ਵੀਡੀਓ ਦੇਖੋ ਜ਼ਰਾ ਜੀ। ਦੀ ਵਿਊਅਰਸ, ਅੱਜ ਸਾਡੀ ਬਾਜੀ ਗੋਰੀ ਵੀ ਸਾਡੀ ਘਰ ਆਏ ਨੇ ਸਾਨੂੰ ਮਿਲਣ ਵਾਸਤੇ। ਮਹੀਨੇ ਬਾਅਦ ਆਉਂਦੇ ਨੇ ਸਾਡੇ ਕੋਲ ਮਿਲਣ ਵਾਸਤੇ ਅਤੇ ਅੱਜ ਅਸੀਂ ਜੀ ਤੁਹਾਡਾ ਤਾਰਫ ਬਾਜੀ ਗੋਰੀ ਨਾਲ ਕਰਵਾਉਣਗੇ। ਬਾਜੀ ਅਸਲਾਮ ਵਾਲੇਕੁਮ, ਕੀ ਹਾਲ ਚਾਲ? ਆਮੀਨ ਜੀ ਆਮੀਨ। ਅਤੇ ਬਾਜੀ ਗੋਰੀ ਅੱਜ ਤੁਸੀਂ ਸਾਨੂੰ ਮਿਲਣ ਵਾਸਤੇ ਆਏ ਹੋ, ਅੱਜ ਕਿਵੇਂ ਟਾਈਮ ਕੱਢਿਆ ਸਾਨੂੰ ਤੁਸੀਂ ਮਿਲਣ ਵਾਸਤੇ? ਬਸ ਮੇਰਾ ਇੱਥੇ ਮਹੀਨੇ ਬਾਅਦ ਚੱਕਰ ਲੱਗਦਾ ਜੀ, ਤੇ ਜਦੋਂ ਮੇਰਾ ਚੱਕਰ ਲੱਗਦਾ ਤੇ ਮੈਂ ਇਸ ਘਰ ਜ਼ਰੂਰ ਆਉਂਦੀ ਹਾਂ। ਇਹ ਮੇਰਾ ਆਪਣਾ ਘਰ ਹੈ, ਮੈਨੂੰ ਬੜਾ ਪਿਆਰ ਮਿਲਦਾ ਇੱਥੋਂ, ਬੜੀ ਚਾਹਤ ਮਿਲਦੀ, ਬੜਾ ਆਪਣਾਪਨ ਮਿਲਦਾ ਹੈ। ਤੇ ਮੈਂ ਇਹਨਾਂ ਨੂੰ ਆਪਣਾ ਧੀਆਂ ਪੁੱਤਰ ਹੀ ਸਮਝ ਕੇ ਇਹਨਾਂ ਦੇ ਘਰ ਆਉਂਦੀ ਹਾਂ। ਤੇ ਬਿਲਕੁਲ ਮੈਨੂੰ ਕੋਈ ਕਿਸੇ ਕਿਸਮ ਦੀ ਝਿਜਕ ਨਹੀਂ ਹੁੰਦੀ ਕਿ ਵੀ ਮੈਂ ਕਿਸੇ ਗੈਰ ਦੇ ਘਰ ਆਈ ਹਾਂ। ਮੇਰੀਆਂ ਭੈਣਾਂ, ਮੇਰੇ ਭਰਾ, ਮੇਰੇ ਪੁੱਤਰ ਸਾਰੇ ਇੱਥੇ ਬੜੀ ਇੱਜ਼ਤ ਕਰਦੇ ਨੇ, ਮੈਨੂੰ ਬੜੀ ਇੱਜ਼ਤ ਮਿਲਦੀ ਇੱਥੋਂ ਜੀ। ਪਤਾ ਕੀ ਹੈ, ਅਸਲ ਵਿੱਚ ਬਾਜੀ ਨੂੰ ਨਾ ਸਾਡੀ ਨਾ ਜਿਸ ਟਾਈਮ ਦਾਦੀ ਸਾਡੀ ਹੁੰਦੀ ਰਹੀ ਸੀ ਨਾ, ਅਤੇ ਦਾਦੀ ਨੂੰ ਮਿਲਣ ਵਾਸਤੇ ਆਉਂਦੇ ਰਹੇ ਸੀ। ਦਾਦੀ ਫੌਤ ਹੋ ਗਈ, ਹੁਣ ਮੇਰੀ ਵਾਲਦਾ ਨੂੰ ਮਿਲਣ ਵਾਸਤੇ ਆਉਂਦੇ ਨੇ। ਸਾਡੇ ਜਿਹੜੇ ਘਰ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਇਹ ਤਾਂ ਅੱਜ ਫਾਕਨ ਮੇਰੀ ਮੁਲਾਕਾਤ ਹੋ ਗਈ। ਨਹੀਂ ਤੇ ਹਾਲਾਂਕਿ ਮੈਂ ਕਹਿੰਦਾ ਕਿ ਭਾਜੀ ਤੁਸੀਂ ਇਤਵਾਰ ਨੂੰ ਆਏਗਾ, ਚਲੋ ਸਾਡੀ ਮੁਲਾਕਾਤ ਹੋ ਜਾਏ, ਲੇਕਿਨ ਉਹ ਕਹਿੰਦੇ ਕਿ ਜਦੋਂ ਟਾਈਮ ਮਿਲੇ ਫਿਰ, ਕਿਉਂਕਿ ਇਹਨਾਂ ਕੋਲ ਕਾਫੀ ਇਲਾਕਾ ਹੁੰਦਾ ਨਾ, ਅਤੇ ਉਹਨਾਂ ਘੁੰਮਣਾ ਫਿਰਨਾ ਹੁੰਦਾ, ਮੁਲਾਕਾਤਾਂ ਕਰਨੀ ਹੁੰਦੀ ਹੈ। ਅਤੇ ਇਸ ਵਾਸਤੇ ਜਦੋਂ ਇਹਨਾਂ ਦਾ ਦਿਲ ਕਰੇ ਉਦੋਂ ਆਉਂਦੇ ਨੇ। ਅਸੀਂ ਕਹੀਏ ਕਿ ਇਤਵਾਰ ਨੂੰ ਨਹੀਂ, ਉਹ ਕੋਈ ਨਹੀਂ, ਜਦੋਂ ਇਹਨਾਂ ਦਾ ਦਿਲ ਕਰੇ ਉਸ ਟਾਈਮ ਆਉਂਦੇ। ਅੱਛਾ ਬਾਜੀ ਗੋਰੀ, ਤੁਹਾਡਾ ਨਾਮ ਬਾਜੀ ਗੋਰੀ, ਇਹ ਅਸਲ ਤੁਹਾਡਾ ਨਾਮ ਬਾਜੀ ਗੋਰੀ ਹੈ ਜਾਂ ਕਿ ਕੋਈ ਤੁਹਾਡਾ ਦੂਸਰਾ? ਇਹ ਤਾਂ ਚਲੋ ਤੁਸੀਂ ਪਿਆਰ ਨਾਲ ਰੱਖਿਆ ਜਾਂਦਾ, ਅਸਲ ਤੁਹਾਡਾ ਨਾਮ ਕੀ? ਮੇਰਾ ਅਸਲ ਨਾਮ ਹੈ ਇਕਰਾਮ, ਮੇਰੇ ਮਾਂ-ਬਾਪ ਦਾ ਨਾਮ ਜੀ ਇਕਰਾਮ ਨਾਮ ਹੈ। ਤੇ ਵੈਸੇ ਮੈਨੂੰ ਅੱਕੀ ਅੱਕੀ ਕਹਿੰਦੇ ਸਨ ਘਰ ਚੋਂ। ਅੱਛਾ ਜੀ। ਤੇ ਉਹ ਫਿਰ ਮੇਰੀ ਨਾ ਜਿਹੜੀ ਥੋੜੀ ਬਹੁਤੀ ਮੁਸ਼ਾਬਤ ਸੀ ਨਾ ਡਾਂਸ ਫਿਲਮ ਦਾ ਘਰ ਗੋਰੀ ਨਹੀਂ ਸੀ, ਉਹਦੇ ਵਾਂਗੂ ਮਿਲਦੀ ਸੀ ਰੰਗ ਰੂਪ ਤੇ ਨੈਣ ਨਕਸ਼। ਤੇ ਉਹ ਮੇਰੇ ਗੁਰੂਆਂ ਨੇ ਮੇਰਾ ਨਾਮ ਗੋਰੀ ਰੱਖਿਆ। ਮਾਸ਼ਾਅੱਲਾ। ਬਾਜੀ ਤੁਹਾਡੀ ਜੰਮਪਾਲ ਜੀ, ਤੁਹਾਡਾ ਕੋਈ ਇਲਾਕਾ ਜਿੱਥੋਂ ਕਿ ਜਿੱਥੇ ਵਾਲਦੈਨ ਸਨ, ਉਹ ਕਿਹੜਾ ਇਲਾਕਾ ਵੀ ਭਲਾ? ਮੇਰੇ ਵਾਲਦੈਨ ਜਿਹੜੇ ਇਸ ਤਰ੍ਹਾਂ ਪਹਿਲੇ ਤੇ ਪਿੱਛੋਂ ਨਾ ਅੰਮ੍ਰਿਤਸਰ ਦੇ ਹੈਗੇ ਸਨ। ਅੱਛਾ, ਅੰਮ੍ਰਿਤਸਰ ਇੰਡੀਆ ਤੋਂ? ਇੰਡੀਆ ਦੇ। ਤੇ ਉਹ ਜਦੋਂ ਫਿਰ ਜੰਗ ਲੜੀ ਨਾ ਤੇ ਪਾਕਿਸਤਾਨ ਤੇ ਇੰਡੀਆ ਬਣਿਆ, ਤੇ ਜਿਹੜੇ ਵਾਲਦੈਨ ਨੇ ਨਾ ਉਹ ਪਾਕਿਸਤਾਨ ਚ ਆ ਗਏ ਸਨ। ਤੇ ਫਿਰ ਮੇਰੀ ਤੇ ਜਨਪਾਲ ਜਿਹੜੀ ਹੈਗੀ ਨਾ, ਵੱਡਾ ਸਟੇਸ਼ਨ ਹੈਗਾ ਨਾ ਰੇਲਵੇ ਸਟੇਸ਼ਨ, ਹਾਂਜੀ, ਉੱਥੋਂ ਦੀ ਜੰਪਾਲ ਹੈ ਸਾਡੇ, ਉੱਥੋਂ ਦੀ ਜੰਪਾਲ। ਤੇ ਉੱਥੋਂ ਦੀ ਮੇਰੀ ਪੜ੍ਹਾਈ ਲਿਖਾਈ ਉੱਥੇ ਹੀ ਮਤਲਬ ਕਿ ਰਹਿ ਕੇ, ਤੇ ਫਿਰ ਅਸੀਂ ਇੱਥੇ ਮੇਰੇ ਬਾਜੀ ਨੇ ਨਾ ਇਹ ਝੱਜੇ ਫਰੋਜ਼ ਵਾਲੇ ਮਕਾਨ ਬਣਾ ਲਿਆ ਆਪਣਾ। ਫਿਰ ਅਸੀਂ ਇੱਥੇ ਆ ਗਏ ਸਾਂ, ਸਾਨੂੰ ਇੱਥੇ ਆਏ ਵੀ 40 ਸਾਲ ਹੋ ਗਏ ਨੇ ਤਕਰੀਬਨ। ਅੱਛਾ, ਪੜ੍ਹਾਈ ਤੋਂ ਗੱਲ ਮੈਨੂੰ ਯਾਦ ਹੈ ਕਿ ਤੁਸੀਂ ਕਿੰਨੇ ਪੜ੍ਹੇ ਲਿਖੇ? ਮੈਂ ਤਕਰੀਬਨ 8 ਯਾਨੀ ਮਿਡਲ ਤੁਸੀਂ? ਮਿਡਲ ਕੀਤਾ ਹੈ, ਹਾਂਜੀ। ਠੀਕ। ਤੇ ਮਿਡਲ ਤੁਸੀਂ ਬੜੇ ਸਟੇਸ਼ਨ ਦੇ ਵਿੱਚ? ਹਾਂਜੀ, ਉੱਥੇ ਇੱਕ ਸ਼ਿਮਲਾ ਪਹਾੜੀ ਦੇ ਪਾਸੇ ਇੱਕ ਸਕੂਲ ਹੈ, ਮੁਸਲਿਮ ਗੌਰਮੈਂਟ ਮੁਸਲਿਮ ਹਾਈ ਸਕੂਲ, ਇਲਾਮਾ ਇਕਬਾਲ ਓਪਨ, ਜਿੱਥੇ ਨਹੀਂ ਜਾਂਦੇ ਨੇ ਹੱਜ ਵਾਸਤੇ, ਬਹਿੰਦੇ ਨੇ ਹਾਜੀ ਕੈਂਪ ਹੈਗਾ ਉੱਥੇ ਬੜਾ ਵੱਡਾ, ਉਹਨਾਂ ਦੇ ਸਾਹਮਣੇ ਇੱਥੇ ਜਿੱਥੇ ਲੰਡਾ ਬਾਜ਼ਾਰ ਲੱਗਦਾ, ਜਿੱਥੇ ਉੱਥੇ ਗਿਰਜਾ ਬੜਾ ਵੱਡਾ ਗਿਰਜੇ ਨੇ, ਉੱਥੇ ਮੇਰਾ ਸਕੂਲ ਹੈਗਾ। ਸਹੀ। ਤੇ ਇੱਥੇ ਉੱਥੋਂ ਫਿਰ ਤੁਸੀਂ ਫਿਰੋਜ਼ ਵਾਲੇ ਕਿਵੇਂ ਆਏ? ਫਿਰੋਜ਼ ਵਾਲੇ ਅਸੀਂ ਬਚਪਨ 'ਚ ਛੋਟੇ ਨੇ ਸੋ, ਮੇਰੇ ਮਾਂ ਬਾਪ ਉੱਥੇ ਮੇਰੇ ਨਾਨਾ ਦਾ ਘਰ ਸੀ, ਉਹਨਾਂ ਨੂੰ ਰੇਲਵੇ 'ਚ ਕੁਆਟਰ ਮਿਲਿਆ ਸੀ, ਤੇ ਉੱਥੇ ਰਹਿੰਦੇ ਸਾਂ। ਤੇ ਫਿਰ ਇੱਥੇ ਮੇਰੇ ਬਾਈ ਨੇ ਆਪਣਾ ਬਣਾ ਲਿਆ, ਫਿਰ ਅਸੀਂ ਇੱਥੇ ਆ ਗਏ ਸਾਂ, ਸ਼ਿਫਟ ਇੱਥੇ ਹੋ ਗਏ ਸਾਂ ਆ ਕੇ। ਫਿਰ ਤਕਰੀਬਨ ਸਾਡੀ ਜ਼ਿੰਦਗੀ ਇੱਥੇ ਜ਼ਿਆਦਾਤਰ ਇੱਥੇ ਗੁਜ਼ਰੀ ਹੈ, ਜੰਪਾਲ ਅਸੀਂ ਉੱਥੋਂ ਦੇ ਸਾਂ। ਠੀਕ। ਤੇ ਬਾਜੀ ਤੁਸੀਂ ਇਸ ਕੰਮ ਵਿੱਚ ਵਾਲਦੈਨ, ਜਿਸ ਟਾਈਮ ਤੁਸੀਂ ਇਸ ਕੰਮ ਵਿੱਚ ਭੇਜਦੇ ਡਾਂਸ ਵਿੱਚ, ਤੇ ਵਾਲਦੈਨ ਨੇ ਤੁਹਾਨੂੰ ਮਨਾ ਨਹੀਂ ਕੀਤਾ ਕਿ ਤੁਸੀਂ ਡਾਂਸ ਵਿੱਚ ਕਿਉਂ ਜਾ? ਨਹੀਂ, ਵਾਲਦੈਨ ਤੋਂ ਪਤਾ ਹੁੰਦਾ, ਵੇਖੋ ਮੇਰੀ ਗੱਲ ਸੁਣ, ਧੀ ਪੁੱਤਰ ਜਿਹਾ ਜਿਹਾ ਵੀ ਹੁੰਦਾ ਨਾ, ਵਾਲਦੈਨ ਨੂੰ ਸਭ ਤੋਂ ਪਹਿਲਾਂ ਜਿਹੜਾ ਘਰ 'ਚ ਹੁੰਦਾ ਨਾ, ਘਰ 'ਚ ਸਰਬਰਾਹ ਵਾਲਦੈਨ ਹੁੰਦੇ ਨੇ, ਉਹਨਾਂ ਨੂੰ ਸਭ ਪਤਾ ਹੁੰਦਾ ਸੀ। ਜੀ। ਲੇਕਿਨ ਮੈਂ ਨਾ ਦਰਅਸਲ ਲਾਡਲਾ ਸਾਂ ਆਪਣੇ ਘਰਾਂ ਦੇ ਵਿੱਚੋਂ, ਭਰਾਵਾਂ ਦੇ ਵਿੱਚੋਂ ਮੈਂ ਹੀ ਤਾਂ ਵੱਡਾ, ਤੇ ਭੈਣਾਂ ਭਰਾਵਾਂ 'ਚੋਂ ਸਾਰਿਆਂ 'ਚੋਂ ਛੋਟੇ, ਭੈਣ ਤੋਂ ਛੋਟਾ ਸਨ। ਮੇਰੀ 4 ਭੈਣਾਂ ਸਨ ਵੱਡੀਆਂ। ਤੇ ਉਹ ਮੇਰੇ ਬਾਈ ਨੇ ਨਾ ਫਿਰ ਮੈਨੂੰ ਬੜੇ ਲਾਡਾਂ 'ਚ ਰੱਖਿਆ, ਕਦੀ ਮੈਨੂੰ ਕੁਛ ਨਹੀਂ ਕਿਹਾ। ਮੈਂ ਘਰ ਦੇ ਕੰਮ ਕਰਨੇ, ਨੱਚਣਾ ਗਾਣਾ, ਵਿਆਹਾਂ ਸ਼ਾਦੀਆਂ ਤੇ ਢੋਲਕੀਆਂ ਵਜਾਣੀਆਂ, ਇਸ ਤਰ੍ਹਾਂ ਕਰਕੇ ਨਾ ਮੈਂ ਬੜਾ ਕਰਨਾ। ਤੇ ਮੇਰੇ ਘਰ ਵਾਲੇ ਮੈਨੂੰ ਕੁਛ ਨਹੀਂ ਸੀ ਕਹਿੰਦੇ, ਤਕਰੀਬਨ ਮੇਰੀ ਮਾਂ ਵੀ ਕੋਈ ਕੁਛ ਨਹੀਂ ਸੀ ਕਹਿੰਦੇ। ਤੇ ਫਿਰ ਉਹ ਆਸਤਾ ਆਸਤਾ ਜਿਵੇਂ ਜਿਵੇਂ ਜ਼ਿੰਦਗੀ ਗੁਜ਼ਰਦੀ ਗਈ ਹੈ, ਬਸ ਉਸ ਹਿਸਾਬ ਨਾਲ ਤਬਦੀਲੀਆਂ ਆਉਂਦੀਆਂ ਗਈਆਂ। ਅੱਛਾ ਬਾਜੀ, ਇਹ ਤੁਸੀਂ ਕਿਹਾ ਕਿ ਮੇਰੀ ਵਾਲਦੈਨ ਨੇ ਮੇਰੇ ਤੋਂ ਕੋਈ ਸਖਤੀ ਨਹੀਂ ਕੀਤੀ ਹੈ, ਭੈਣ ਭਰਾ ਨੇ ਕੋਈ ਸਖਤੀ, ਕਿਉਂਕਿ ਉਹਨਾਂ ਨੂੰ ਪਤਾ ਸੀ। ਅੱਛਾ ਵੈਸੇ ਬਾਜੀ ਤੁਸੀਂ ਕਿੰਨੇ ਭੈਣ ਭਰਾ ਸੀ, ਅਤੇ ਉਸ ਤੋਂ ਬਾਅਦ ਤੁਹਾਡਾ ਭੈਣ ਭਰਾਵਾਂ 'ਚ ਕਿੰਨਵਾਂ ਨੰਬਰ ਸੀ? ਮੇਰੀਆਂ 4 ਭੈਣਾਂ ਵੱਡੀਆਂ,
ਜੀ ਤੇ ਦੋ ਭੈਣਾਂ ਮੇਰੀਆਂ ਨਾ ਛੋਟੀਆਂ ਸਨ। ਇਹ ਕਿ 6 ਭੈਣਾਂ। ਹਾਂਜੀ 6 ਭੈਣਾਂ ਤੇ 3 ਅਸੀਂ ਭਾਈ ਸਾਂ, ਇੱਕ ਮੈਂ ਸਾਂ ਤੇ ਦੋ ਮੇਰੇ ਤੋਂ ਛੋਟੇ ਭਾਈ। ਜੀ ਜੀ ਉਹ ਮਾਸ਼ਾਅੱਲਾ ਸ਼ਾਦੀशुदा, ਸਾਰੇ ਹੀ ਸ਼ਾਦੀ, ਤਕਰੀਬਨ ਸਾਰੇ ਹੀ ਸ਼ਾਦੀशुदा ਨੇ। ਠੀਕ ਮਾਸ਼ਾਅੱਲਾ। ਹਾਂਜੀ ਬਾਲ ਬੱਚੇਦਾਰ ਸ਼ਾਦੀशुदा। ਤੇ ਵਾਲਦਨ ਇਸ ਟਾਈਮ ਹੈ ਨੇ ਤੁਹਾਡੇ? ਨਾ ਵਾਲਦਨ ਤੋਂ ਵੀ ਫੋਤ ਹੋ ਗਏ ਬੜੀ ਦੇਰ ਤੋਂ। ਵਾਲਦਾ ਕੋਲੇ ਹੋਆ ਵਾਲਾ। ਹਾਂਜੀ। ਤੇ ਐਸੇ ਭੈਣ ਭਰਾ ਨੂੰ ਤੁਸੀਂ ਕਦੀ ਮਿਲਣ ਵਾਸਤੇ ਗਏ ਕਦੀ? ਮੈਂ ਪਤਾ ਕੀ, ਜਦੋਂ ਛੋਟੇ ਸਨ ਤਾਂ ਉਦੋਂ ਮੇਰੇ ਮਾਂ-ਬਾਪ ਹੈਗੇ ਸਨ। ਜਦੋਂ ਥੋੜਾ ਜਿਹਾ ਉਹ ਸੰਭਾਲੀਏ ਤੇ ਮੈਂ ਆਪਣੀ ਇਸ ਫੀਲਡ 'ਤੇ ਆ ਗਈ ਹਾਂ, ਆਪਣੇ ਗੁਰੂਆਂ ਕੋਲ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਤੇ ਘਰ ਵੀ ਜਾਣੀ ਸੀ, ਤਕਰੀਬਨ ਘਰ ਵੀ ਜਾਈਦਾ ਸੀ। ਲੇਕਿਨ ਨਾ ਭੈਣਾਂ ਭਰਾ ਜਦੋਂ ਫਿਰ ਸ਼ਾਦੀशुदा ਹੋ ਗਏ, ਫਿਰ ਭੈਣਾਂ ਭਰਾਵਾਂ ਨੇ ਨਾ ਅੱਛਾ ਨਹੀਂ ਸਮਝਣਾ ਸ਼ੁਰੂ ਕੀਤਾ ਕਿ ਮੈਂ ਉਹਨਾਂ ਦੇ ਘਰ ਕਿਉਂ ਆਉਂਦੀ ਹਾਂ। ਖਾਸ ਕਰਕੇ ਭੈਣਾਂ ਨੇ ਉਹਨਾਂ ਨੇ ਕਿਹਾ ਜੀ ਸਾਡੇ ਸਸੁਰਾਲ ਵਾਲੇ ਜਿਹੜੇ ਨਾ ਉਹ ਨੱਕ ਮੂੰਹ ਵੜਦੇ ਨੇ, ਇਤਰਾਜ਼ ਕਰਦੇ ਨੇ, ਤੁਸੀਂ ਨਾ ਆਇਆ ਕਰੋ। ਅੱਲਾਹ। ਤੇ ਉਹ ਐਸੇ ਹੀ ਫਿਰ ਮੈਂ ਉਹਨਾਂ ਦੇ ਘਰ ਜਾਣਾ ਨਾ ਛੱਡਤਾ। ਜੇ ਭਰਾ ਸਨ, ਭਰਾਵਾਂ ਦੀ ਸ਼ਾਦੀ ਕੀਤੀ ਹੈ। ਇੱਕ ਦੀ ਭਰਾ ਦੀ ਸ਼ਾਦੀ ਕੀਤੀ, ਇੱਕ ਭਰਾ ਮੇਰਾ ਨਿਸ਼ਚਈ ਬਣ ਗਿਆ, ਉਹ ਮਾਂ ਬਾਪ ਨੂੰ ਛੱਡ ਕੇ ਚਲਾ ਗਿਆ। ਤੇ ਮੈਂ ਫਿਰ ਇਸ ਫੀਲਡ 'ਤੇ ਜਦੋਂ ਮਾਂ ਪਿਓ ਫੋਤ ਹੋ ਗਏ ਤੇ ਕੋਈ ਸਹਾਰਾ ਨਾ ਬਚਿਆ ਕਿਸੇ ਪਾਸੇ। ਫਿਰ ਮੈਂ ਆਪਣੇ ਗੁਰੂਆਂ ਕੋਲ ਆ ਗਈ, ਫਿਰ ਉਹਨਾਂ ਦੇ ਨਾਲ ਰਹੀ ਕਾਫੀ ਅਰਸਾ। ਠੀਕ। ਕਿੰਨੇ ਸਾਲ ਦੀ ਤੁਹਾਡੀ ਉਮਰ ਸੀ ਜਿਸ ਟਾਈਮ ਤੁਸੀਂ ਨਾ ਆਪਣੇ ਗੁਰੂਆਂ ਕੋਲ ਆਏ ਸੀ, ਗੁਰੂ ਤੁਹਾਨੂੰ ਲੈ ਕੇ ਗਏ ਸੀ? ਤਕਰੀਬਨ ਮੇਰੀ ਉਮਰ ਸੀ 15 ਸਾਲ। 15 ਸਾਲ ਦੀ ਉਮਰ। ਹਾਂਜੀ ਮੈਂ ਕਿਹਾ ਹੋਸ਼ ਸੀ ਮੈਨੂੰ, ਕਿ ਤਕਰੀਬਨ ਜਦੋਂ ਬੰਦਾ ਹੋਸ਼ ਹੀ ਕਰਦਾ ਨਾ ਤੇ ਹਰ ਚੀਜ਼ ਦਾ ਪਤਾ ਹੁੰਦਾ ਵੇ। ਉਦੋਂ ਮੇਰੀ 15 ਸਾਲ ਉਮਰ ਸੀ। ਤੇ ਜਦੋਂ ਮੇਰੀਆਂ ਭੈਣਾਂ ਦੀ ਸ਼ਾਦੀ ਵੀ ਹੋ ਗਈ ਸੀ, ਮੇਰੇ ਕਾਫੀ ਮਤਲਬ ਕਿ ਉਹਨਾਂ ਵਕਤਾਂ 'ਚ ਨਾ ਲੋਕਾਂ ਦੇ ਘਰ ਬੱਚੇ ਜ਼ਿਆਦਾ ਹੁੰਦੇ ਸਨ, ਕਿਸੇ 12 ਹੁੰਦੇ ਸੀ, ਕਿਸੇ 11 ਹੁੰਦੇ ਸਨ। ਤੇ ਲੇਕਿਨ ਮੇਰੇ ਬਾਈ ਨੇ ਨਾ ਮੇਰੇ ਹੋਸ਼ ਸੰਭਾਲ ਕੇ ਪਹਿਲੇ ਮੇਰੀਆਂ ਭੈਣਾਂ ਦੀ ਸ਼ਾਦੀ ਕਰਾ ਦਿੱਤੀ ਸੀ। ਠੀਕ। ਜਿਹੜੇ ਨੇ ਤੁਹਾਡੇ ਗੁਰੂ ਸਨ, ਉਹ ਫਿਰ ਤੁਸੀਂ ਆਪ ਗੁਰੂ ਕੋਲ ਆ ਗਏ ਸੀ ਜਾਂ ਕਿ ਫਿਰ ਗੁਰੂ ਤੁਹਾਨੂੰ ਲੈ ਕੇ ਗਏ ਸੀ? ਨਹੀਂ, ਉਹ ਸਾਡੇ ਮਹੱਲੇ 'ਚ ਨਾ ਖੁਸਰੇ ਨੱਚਣ ਆਏ ਸਨ। ਤੇ ਫਿਰ ਉਹਨਾਂ ਦੇ ਨਾਲ ਮੈਂ ਮਿਲੀ ਜੁਲੀ। ਤੇ ਉਹਨਾਂ ਨੇ ਕਹਿੰਦੇ ਪੁੱਤਰ ਤੂੰ ਸਾਡੇ ਵੱਲ ਆਇਆ ਕਰ, ਸਾਡਾ ਡੇਰਾ ਹੈਗਾ। ਮੈਂ ਉਹਨਾਂ ਦੇ ਡੇਰੇ ਵੀ ਜਾਣਨਾ ਪਈ, ਫਿਰ ਉਹਨਾਂ ਕੋਲ ਬਹਿਣ ਖਲੋਣਾ ਪਈ, ਉਹਨਾਂ ਕੋਲ ਡਾਂਸ ਡੂਸ ਕਰਨਾ ਪਈ, ਫੰਕਸ਼ਨ ਕਰਨਾ ਪਏ। ਫਿਰ ਮੈਂ ਉਹਨਾਂ ਨੂੰ ਲੇਡੀਜ਼ ਕੱਪੜੇ ਪਾ ਕੇ, ਮੈਨੂੰ ਸ਼ੌਕ ਸੀ ਮੇਕਅਪ ਕਰਨ ਦਾ, ਕੱਪੜੇ ਪਾਉਣ ਦਾ। ਤੇ ਫਿਰ ਉਹ ਆਪਣੇ ਸ਼ੌਕ ਨੂੰ ਮੈਂ ਫਿਰ ਆਪਣੇ ਅੰਦਰੋਂ ਕੱਢਿਆ ਬਾਹਰ। ਜੀ। ਤੇ ਜਦੋਂ ਆਪਣੇ ਅੰਦਰੋਂ ਕੱਢਿਆ ਬਾਹਰ ਤੇ ਮੈਂ ਕਰਨਾ ਪਈ ਸਾਰਾ ਕੰਮ। ਫਿਰ ਮਾਂ ਪਿਓ ਨਹੀਂ ਸੀਗੇ, ਫਿਰ ਤੁਹਾਨੂੰ ਪਤਾ ਲਾਜ਼ਮੀ ਕਰਕੇ ਪੇਟ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਵੀ। ਜਦੋਂ ਕਿਤੇ ਰੋਟੀ ਨਹੀਂ ਸੀ ਮਿਲਣੀ ਫਿਰ ਗੁਰੂਆਂ ਨੇ ਸਹਾਰਾ ਦਿੱਤਾ ਮੈਨੂੰ। ਤੇ ਫਿਰ ਉਦੋਂ ਮੈਂ ਨੱਚ ਗਾ ਕੇ ਘੁੰਗਰੂ ਬੰਨੇ ਆਪਣੇ ਪੈਰਾਂ 'ਚ, ਤੇ ਫਿਰ ਨੱਚੀ, ਗਲੀ ਗਲੀ ਵਧਾਈਆਂ ਮੰਗੀਆਂ, ਨੱਚੀ, ਫਿਰ ਗਾਈ ਕੀਤਾ, ਆਪਣਾ ਡਾਂਸ ਡੂਸ ਕੀਤਾ, ਆਪਣਾ ਤੇ ਆਪਣੇ ਗੁਰੂਆਂ ਦਾ ਵੀ ਪੇਟ ਪਾ ਲਿਆ ਤੇ ਆਪਣਾ ਵੀ ਪਾ ਲਿਆ। ਅੱਲਾਹੁ ਅਕਬਰ, ਅੱਲਾਹੁ ਅਕਬਰ। ਤੁਸੀਂ ਨਾ ਗੁਰੂਆਂ ਕੋਲ ਜਿਸ ਟਾਈਮ ਆ ਗਏ, 15 ਸਾਲ ਦੀ ਤੁਹਾਡੀ ਉਮਰ ਸੀ, ਤੇ ਉਸ ਸਮੇਂ ਤੁਹਾਡੇ ਪਹਿਲੇ ਤੁਸੀਂ ਦੱਸੋ ਗੁਰੂ ਦਾ ਨਾਮ ਕੀ ਸੀ ਤੁਹਾਡੇ? ਪਹਿਲਾਂ ਮੇਰੇ ਗੁਰੂ ਦਾ ਨਾਮ ਸੀ ਮਾਨੀ। ਮਾਨੀ ਗੁਰੂ ਦਾ ਨਾਮ। ਗੁਰੂ ਦਾ ਨਾਮ ਮਾਨੀ ਸੀ। ਅੱਛਾ। ਤੇ ਉਹ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਮੈਂਬਰ ਸਨ? ਤਕਰੀਬਨ 15-16 ਹੈਗੇ ਸਨ ਗਰੁੱਪ ਦੇ ਵਿੱਚ, ਜਿਹੜੀਆਂ ਮੇਰੇ ਤੋਂ ਸੀਨੀਅਰ ਵੀ ਸੀ ਤੇ ਮੇਰੇ ਤੋਂ ਜੂਨੀਅਰ ਵੀ ਸੀ। ਅੱਛਾ। ਜਦੋਂ ਤੁਸੀਂ ਨਾ ਆਏ ਸੀ ਇਸ ਫੀਲਡ ਵਿੱਚ, 15 ਸਾਲ ਤੁਹਾਡੀ ਉਮਰ ਸੀ, ਮਾਸ਼ਾਅੱਲਾ ਤੁਹਾਡੇ ਤੇ ਹੁਸਨ ਵੀ, ਜਵਾਨੀ ਵੀ ਸੀ, ਤੇ ਮਾਸ਼ਾਅੱਲਾ। ਉਹਦੀ ਵਜ੍ਹਾ ਤੋਂ ਦੂਸਰੇ ਜਿਹੜੇ ਮੈਂਬਰ ਸਨ ਉਹ ਤੰਗ ਨਹੀਂ ਸੀ ਪੈਂਦੇ ਕਿ ਲੋ ਜੀ ਇਹਦੀ ਜ਼ਿਆਦਾ ਇੱਜ਼ਤ ਨਾ ਮੰਨ ਜੀਏ? ਜਿਸ ਮਤਲਬ ਯੰਗ ਹੁੰਦਾ ਹੈ ਕਿ ਜਵਾਨੀ ਤੇ ਆਂਦੀ ਹਾਂਜੀ, ਤੇ ਹਾਂਜੀ। ਉਸ ਟਾਈਮ ਕੋਈ ਨਾਲ ਦੇ ਨਹੀਂ, ਸਾਡੇ 'ਚ ਬੜਾ ਇਤਫਾਕ ਹੁੰਦਾ ਇੱਕ ਦੂਸਰੇ ਦੇ ਨਾਲ। ਕਦੀ ਅਸੀਂ ਇੱਕ ਦੂਸਰੇ ਕੋਲ ਜੈਲਸ ਨਹੀਂ ਹੋਏ। ਉਸ ਸਮੇਂ ਤੇ ਮੇਰੀ ਗੱਲ ਸੁਣੋ, ਸ਼ਕਲ ਸੂਰਤ ਤੇ ਅੱਲਾ ਦੀ ਬਣਾਈ। ਜੀ ਇਹ ਇਨਸਾਨ ਦੇ ਆਪਣੇ ਵਾਸ ਦੀ ਗੱਲ ਨਹੀਂ ਸੀ। ਜੀ। ਜਿਹਨੂੰ ਅੱਲਾ ਨੇ ਜੋ ਚਾਹਿਆ ਉਹਨੂੰ ਉਹ ਸ਼ਕਲ ਸੂਰਤ ਦਿੱਤੀ, ਜੀ। ਉਹਨੂੰ ਰੰਗ ਰੂਪ ਦਿੱਤਾ। ਜੀ। ਇਹਦੇ ਤੋਂ ਕਦੀ ਨਹੀਂ ਅਸੀਂ ਸੜੇ ਨਾ ਇੱਕ ਦੂਸਰੇ ਨੂੰ ਜਲੇ ਆ ਤੇ ਜੈਲਸ ਹੋਏ ਆ, ਨਾ ਇੱਕ ਦੂਸਰੇ ਨਾਲ ਸਾਡੀ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਈ ਨਹੀਂ। ਹਰ ਇੱਕ ਨੂੰ ਆਪਣਾ ਜਿਹੜਾ ਕਹਿੰਦੇ ਕਿਰਦਾਰ ਨਿਭਾਉਂਦੇ ਸੀ। ਜੀ। ਤੇ ਭਾਜੀ ਤੁਹਾਡਾ ਇਹ ਜਿਹੜਾ ਹੁੰਦਾ ਸੀ ਗੁਰੂ, ਜੇ ਤੁਹਾਡੇ ਜਿਹੜਾ ਸਟਾਰਟਿੰਗ ਤੇ ਜਿਹੜਾ ਤੁਹਾਡਾ ਪਹਿਲਾ ਅੱਡਾ ਯਾਨੀ ਕਿ ਤੁਸੀਂ ਆਪਣੇ ਨਾਲ ਘਰ ਬਣਿਆ ਸੀ, ਤੇ ਯਾਨੀ ਕਿ ਆਪਣੇ ਗੁਰੂ, ਉਹ ਤੁਹਾਡੇ ਗੁਰੂ ਕਿੱਥੋਂ ਦੇ ਸੀ? ਸ਼ਿਦਗੇ ਦੇ ਸਨ ਜਾਂ ਬਾਹਰ ਦੇ ਕਿੱਥੋਂ ਦੇ ਸੀ? ਮੇਰੇ ਛਦਰੇ ਪਿੰਡ ਦਾ ਤਖੀਆ ਬੜਾ ਵੱਡਾ ਖੁਸਰਿਆ। ਹਾਂ ਬਿਲਕੁਲ। ਮੇਰੇ ਉੱਥੋਂ ਦੇ ਗੁਰੂ ਸਨ, ਗੁਰੂ ਛੀਮੋ ਸੀ ਇੱਕ ਵੱਡੀ ਸਾਡੀ, ਫਿਰ ਗੁਰੂ ਇੱਕ ਵਿੱਕੀ ਸੀ, ਇਸ ਤਰ੍ਹਾਂ ਬੜੀਆਂ ਗੁਰੂਆਂ ਸਨ। ਤਕਰੀਬਨ ਉੱਥੇ ਉਹ ਸਾਰੇ ਖੁਸਰੇ ਤਕਰੀਬਨ ਰਹਿੰਦੇ ਸਨ। 15-16 ਸੀਗੇ ਸਨ, ਕੁਛ ਹੋਰ ਹੈਗੇ ਸਨ। ਉਹ ਸਭ ਆਪਣੇ ਆਪਣੇ ਇਲਾਕੇ 'ਚ ਵੱਖਰੇ ਜਾਂਦੇ ਸਨ, ਟੋੜੀ ਕਰਦੇ ਸੀ। ਤੇ ਭਾਜੀ ਫਿਰ ਤੁਸੀਂ ਸ਼ਿਦਗੇ ਨਾ, ਜਿਹੜਾ ਸ਼ਿਦਗੇ ਪਿੰਡ ਤਕੀਆ ਸੀ, ਤੁਸੀਂ ਉੱਥੇ ਰਹਿੰਦੇ ਰਹੇ ਸੀ? ਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਮੈਂ ਫਿਰੋਜ਼ ਵਾਲੇ ਆ ਗਈ ਹਾਂ, ਉਹਦੀ ਕੀ ਕਹਾਣੀ, ਕਿਵੇਂ ਤੁਸੀਂ ਸ਼ਿਦਗੇ ਆਏ? ਬਸ ਜਦੋਂ ਅਸੀਂ ਫਿਰੋਜ਼ ਵਾਲੇ ਆਏ ਨਾ ਜੀ। ਤੇ ਸਾਡੇ ਇੱਥੇ ਇੱਕ ਸਹੇਲੀ ਸੀ ਮੇਰੀ, ਤੇ ਉਹ ਮੈਨੂੰ ਆਪਣੇ ਨਾਲ ਲੈ ਕੇ ਗਈ ਤਖੀਏ ਤੇ। ਅੱਛਾ ਜੀ। ਉਹਦੇ ਨਾਲ ਫਿਰ ਤਖੀਏ ਤੇ ਆਉਣ ਲੱਗ ਪਏ, ਤੇ ਫਿਰ ਉੱਥੇ ਸਾਡੀ ਗੱਲਬਾਤ ਹੋ ਗਈ। ਜੀ। ਤੇ ਉੱਥੇ ਹੀ ਆ ਕੇ ਤੇ ਫਿਰ ਉਹਨਾਂ ਕੋਲ ਹੀ ਅਸੀਂ ਮੈਂ ਫਿਰ ਆਪਣਾ ਪੱਕਾ ਡੇਰਾ ਕਰ ਜਮਾ ਲਿਆ। ਬਾਜੀ ਹੁਣ ਤੁਸੀਂ ਉੱਥੇ ਆਪਣੀ ਸਹੇਲੀ ਕੋਲ ਰਹਿੰਦੇ ਕਿ ਤੁਸੀਂ ਇਕੱਲੇ ਰਹਿੰਦੇ ਹੋ? ਨਹੀਂ, ਮੈਂ ਇਕੱਲੀ ਰਹਿੰਦੀ ਹਾਂ, ਕਿਉਂਕਿ ਮੇਰੀ ਇੱਕ ਛੋਟੀ ਭੈਣ ਸੀ, ਉਹ ਬਹੁਤ ਛੋਟੀ ਸੀ, ਤੇ ਉਹ ਮੈਂ ਆਪ ਹੀ ਪਾਲੀਆਂ ਸਨ। 2 ਭੈਣਾਂ ਸਨ, ਆਪ ਹੀ ਪਾਲੀਆਂ ਤੇ ਆਪ ਹੀ ਉਹਨਾਂ ਦੀ ਸ਼ਾਦੀਆਂ ਕੀਤੀਆਂ। ਉਹ ਜਿਨ੍ਹਾਂ 'ਚੋਂ ਇੱਕ ਤੇ ਫੋਤ ਹੋ ਗਈ, ਤੇ ਉਹਦੇ ਬੱਚੇ ਮੈਂ ਪਾਲਣੀ ਪਈਆਂ, 2-3 ਬੱਚੇ ਨੇ। ਤੇ ਮੈਂ ਆਪਣੇ ਗੁਰੂਆਂ ਨਾਲ ਫਿਰ ਗੱਲ ਕੀਤੀ ਕਿ ਵੀ ਮੈਂ ਆਪਣੇ ਤੁਹਾਡੇ ਕੋਲ ਨਹੀਂ ਰਹਿ ਸਕਦੀ, ਬੱਚੇ ਨਹੀਂ ਮੈਂ ਰੱਖ ਸਕਦੀ ਤੁਹਾਡੇ ਕੋਲ, ਤੇ ਤੁਸੀਂ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰੇ ਨਾਲ ਕਿਤੇ ਬਾਹਰ
ਅੱਲਾ ਦਾ ਰਹਿਣ ਦੀ ਇਜਾਜ਼ਤ ਦਿਓ। ਉਹਨਾਂ ਨੇ ਕਿਹਾ ਪੁੱਤਰ ਬੇਸ਼ੱਕ ਇਹ ਬਹੁਤ ਅੱਛੀ ਨੇਕੀ ਦਾ ਕੰਮ ਹੈ ਕਿ ਤੂੰ ਯਤੀਮ ਬੱਚੇ ਪਾਲਨੇ ਨੇ ਤੇ ਤੂੰ ਜਾ ਜਿੱਥੇ ਮਰਜ਼ੀ ਰਹੋ ਪੁੱਤਰ, ਅਸੀਂ ਤੈਨੂੰ ਕੋਈ ਨਹੀਂ ਟੋਕਦੇ, ਤੂੰ ਆਪਣਾ ਕਮਾ ਖਾ ਆਪਣੇ ਬੱਚਿਆਂ ਨੂੰ ਦੇ ਪਾਲ। ਤੇ ਉਹ ਮੈਂ ਬੱਚੇ ਪਾਲਨੇ ਪਈਆਂ ਮਾਸ਼ਾਅੱਲਾ, ਬੇਟੀ ਇੱਕ ਹੈਗੀ, 2 ਬੇਟੇ ਨੇ ਛੋਟੇ, ਇੱਕ 10-11 ਸਾਲਾਂ ਦਾ ਰਹਿ ਗਿਆ, 14-15 ਸਾਲਾਂ ਦਾ ਤੇ 14 ਸਾਲਾਂ ਦੀ ਬੱਚੀ। ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਵੈਸੇ ਨਾ ਤੁਹਾਡੀ ਨਾ ਜ਼ਿੰਦਗੀ ਦਾ ਹਿਸਾਬ ਲਿਆ ਕਿ ਤੁਸੀਂ ਨਾ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਤੁਸੀਂ ਆਪਣੇ ਭੈਣ ਭਰਾਵਾਂ ਵਾਸਤੇ ਬਹੁਤ ਕੁਝ ਕੀਤਾ ਹੈ, ਠੀਕ ਹੈ, ਲੇਕਿਨ ਇਹ ਵੀ ਕਿ ਹਲੇ ਵੀ ਤੁਸੀਂ ਮਿਹਨਤ ਹੀ ਕਰਦੇ ਪਏ ਹੋ, ਠੀਕ ਹੈ, ਬਸ ਤੇ ਇਹ ਤੁਹਾਡੀ ਹਿੰਮਤ ਹੈ ਇਹ ਮਾਸ਼ਾਅੱਲਾ। ਅੱਲਾਹ ਤਾਲਾ ਨੇ ਡਿਊਟੀ ਦਿੱਤੀ ਤੇ ਸਾਨੂੰ ਹਿੰਮਤ ਦਿੱਤੀ। ਜੀ ਜੀ ਦੇਖੋ ਜਿਵੇਂ ਇੱਕ ਬਾਪ ਹੁੰਦਾ ਨਾ ਘਰ ਦਾ ਵੀ ਸਰਬਰਾ, ਉਹ ਆਪਣੇ ਬੀਵੀ ਬੱਚਿਆਂ ਨੂੰ ਸੰਭਾਲਦਾ ਹੋਵੇ, ਆਪਣੇ ਬੀਵੀ ਬੱਚਿਆਂ ਤੇ ਕਮਾਉਂਦਾ ਹੋਵੇ। ਜੀ ਅੱਲਾਹ ਨੇ ਕਈ ਹਿੰਮਤ ਸਾਨੂੰ ਵੀ ਦਿੱਤੀ ਹੈ। ਅੱਲਾਹ ਨੇ ਇਹ ਮੈਨੂੰ ਵੀ ਸਿਰਫ ਬਖਸ਼ਿਆ ਕਿ ਮੈਂ ਯਤੀਮ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਤੇ ਉਹਨਾਂ ਨੂੰ ਪਾਲਾਂ। ਮੈਂ ਕਿਸੇ ਹੋਰ ਦੇ ਹੱਥ ਨਹੀਂ ਜਾ ਦਿੱਤਾ। ਬੱਚੀ ਸੀ ਉਹਦੀ ਇੱਜ਼ਤ ਖਰਾਬ ਹੁੰਦੀ, ਬੱਚੇ ਸਨ ਉਹ ਕਿਸੇ ਬੁਰੇ ਕੰਮ 'ਚ ਲੱਗ ਜਾਂਦੇ, ਇਸ ਲਈ ਮੈਂ ਨਹੀਂ ਚਾਹਿਆ ਕਿ ਵੀ ਉਹ ਕਿਸੇ ਪਾਸੇ ਜਾਣ। ਮੈਂ ਆਪਣੀ ਖੁਆਇਸ਼ਾਂ ਨੂੰ ਮਾਰ ਕੇ ਤੇ ਮੈਂ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਕਿ ਨਹੀਂ ਭਾਈ ਮੈਂ ਕਮਾਵਾਂ ਖਵਾਵਾਂ ਤੇ ਉਹ ਆਪਣਾ ਜਦੋਂ ਕਿਸੇ ਕਾਬਲ ਹੋ ਜਾਣਗੇ ਤੇ ਫਿਰ ਮੇਰੇ ਨਸੀਬ ਮੇਰੇ ਨਾਲ, ਜੋ ਫਿਰ ਮੇਰੇ ਨਾਲ ਬੀਤੇਗੀ ਵੇਖੀ ਜਾਏਗੀ। ਇਨਸ਼ਾਅੱਲਾ ਅੱਲਾਹ ਪਾਕ ਆਨੰਦ ਸਿਲਾ ਜ਼ਰੂਰ ਦੇਗਾ ਇਨਸ਼ਾਅੱਲਾ। ਮੈਂ ਗੱਲਬਾਤ ਸੁਣੀ ਹੈ, ਤੁਸੀਂ ਆਪਣੀ ਸਿਸਟਰ ਵਾਸਤੇ, ਆਪਣੇ ਸਿਸਟਰ ਦੇ ਬੱਚਿਆਂ ਵਾਸਤੇ ਤੁਸੀਂ ਬਹੁਤ ਕੁਝ ਕੀਤਾ ਤੇ ਮਾਸ਼ਾਅੱਲਾ ਤੁਹਾਡੇ ਨਾਲ ਨਾ ਗੱਲਬਾਤ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ, ਠੀਕ ਹੈ, ਤੇ ਇਹ ਵੀ ਪਤਾ ਚੱਲਿਆ ਕਿ ਇਸ ਦੁਨੀਆ 'ਤੇ ਲੋਕ ਕਿਵੇਂ ਰਹਿੰਦੇ ਪਏ ਨੇ, ਠੀਕ ਹੈ, ਤੇ ਤੁਹਾਡੀ ਜਿਹੜੀ ਬਰਾਦਰੀ ਹੈ ਉਹ ਕਿਵੇਂ ਨਾ ਦੁੱਖਾਂ ਤਕਲੀਫਾਂ ਦੇ ਵਿੱਚ ਗੁਜ਼ਰ ਕੇ ਤੇ ਇਸ ਤਰ੍ਹਾਂ ਪਹੁੰਚਦੇ ਨੇ ਤੇ ਬੜਾ ਵੈਸੇ ਆਇਆ। ਚਲੋ ਅੱਲਾਹ ਪਾਕ ਆਸਾਨੀਆਂ ਪੈਦਾ ਕਰੇ। ਬਾਕੀ ਇੱਕ ਬਾਜੀ ਸਾਡੇ ਵਾਸਤੇ ਕਿ ਦੁਆ ਕਰੋ, ਸਾਡੇ ਵਾਸਤੇ ਕੋਈ ਦੁਆ ਕਰੋ, ਸਾਡੇ ਨਾਜ਼ਰੀਨ ਨੂੰ ਜਰਾ ਕਬੂਲ ਜਰਾ ਇਨਸ਼ਾਅੱਲਾ ਅੱਲਾਹ ਨੇ ਸਾਨੂੰ ਬਣਾਇਆ ਹੀ ਇਸ ਮਾਰੇ ਕਿ ਅਸੀਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦਿਨ ਰਾਤ ਤੁਹਾਡੇ ਵਾਸਤੇ ਦੁਆਵਾਂ ਕਰੀਏ ਤੇ ਅੱਲਾਹ ਤੁਹਾਡੇ ਬੱਚਿਆਂ ਦੀ ਖੈਰ ਕਰੇ, ਅੱਲਾਹ ਤੁਹਾਡੀ ਖੈਰ ਕਰੇ, ਅੱਲਾਹ ਤੁਹਾਨੂੰ ਰਿਜ਼ਕ ਵਿੱਚ ਇਜ਼ਾਫਾ ਕਰੇ, ਅੱਲਾਹ ਰਿਜ਼ਕ ਹਲਾਲ ਕਮਾਉਣ ਦੀ ਤੌਫੀਕ ਦੇਵੇ ਤੁਹਾਨੂੰ, ਅੱਲਾਹ ਬਰਕਤ ਪਾਵੇ ਤੁਹਾਡੇ ਕਾਰੋਬਾਰਾਂ 'ਚ, ਅੱਲਾਹ ਤੁਹਾਡੀਆਂ ਧੀਆਂ ਪੁੱਤਰਾਂ ਨੂੰ ਨੇਕ ਰੱਖੇ, ਆਪਣੀਆਂ ਬੀਵੀਆਂ ਤੁਹਾਡੀਆਂ ਨੂੰ ਇਮਾਨ ਦੇਵੇ, ਅੱਲਾਹ ਤੁਹਾਡੇ ਹੱਕ ਦੇ ਵਿੱਚ ਜੋ ਫੈਸਲਾ ਕਰੇ ਅੱਲਾਹ ਬਿਹਤਰ ਕਰੇ, ਅੱਲਾਹ ਤੁਹਾਨੂੰ ਸਿਹਤ ਦੇਵੇ, ਹਰ ਵਕਤ ਤੁਹਾਨੂੰ ਅੱਲਾਹ ਜ਼ਿੰਦਗੀ ਤੰਦਰੁਸਤੀ 'ਚ ਅੱਲਾਹ ਦਾ ਖੌਫ ਆਪਣਾ ਖੌਫ ਪਾਈ ਰੱਖੇ, ਜਿਹੜਾ ਕਿ ਤੁਹਾਡੇ ਦਿਲ ਨੂੰ ਨਰਮ ਰੱਖੇ। ਅੱਲਾਹ ਜਿਹੜਾ ਵੀ ਕੋਈ ਇਨਸਾਨ ਹੈਗਾ ਨਾ ਅੱਲਾਹ ਉਹਦੇ ਦਿਲ ਨੂੰ ਨਰਮ ਰੱਖੇ, ਸਖਤ ਨਾ ਰੱਖੇ, ਤੇ ਆਪਣੇ ਭੈਣਾਂ ਭਰਾਵਾਂ ਵਾਸਤੇ, ਆਪਣੀ ਔਲਾਦ ਵਾਸਤੇ, ਹੋਰ ਬਾਹਰ ਵਾਸਤੇ ਜਿੰਨੇ ਵੀ ਹੈਗੇ ਨੇ ਸਭ ਵਾਸਤੇ ਤੁਹਾਡੇ ਦਿਲ 'ਚ ਰਹਿਮ ਰਵੇ। ਅਸੀਂ ਇਹ ਦੁਆ ਕਰਨੇ ਹਰ ਵਕਤ ਤੁਹਾਡੇ ਨਾਲ ਅਸੀਂ ਆ, ਖੁਦਾ ਤੋਂ ਬਾਅਦ ਤੁਸੀਂ ਹੋ ਸਾਡੇ ਸਭ ਕੁਛ, ਅਸੀਂ ਤੁਹਾਡੇ ਵਾਸਤੇ ਹਰ ਵਕਤ ਖੈਰ ਹੀ ਮੰਗਾਂਗੇ ਤੇ ਖੈਰ ਹੀ ਮੰਗ ਲਏ। ਅੱਲਾਹ ਤੁਹਾਡੇ ਬੱਚਿਆਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਧੀਆਂ ਪੁੱਤਰਾਂ ਦੀ ਇਮਾਨ ਰੱਖ ਕੇ ਅੱਲਾਹ ਨੇਕੀ ਦੇਵੇ, ਅੱਲਾਹ ਨੂੰ ਕਾਰੋਬਾਰ ਦੇਵੇ, ਔਰ ਅੱਲਾਹ ਤੁਹਾਨੂੰ ਵੀ ਸਿਹਤ ਤੰਦਰੁਸਤੀ ਦੇਵੇ, ਸਿਰ ਤੇ ਸਲਾਮਤ ਰੱਖੇ, ਤੁਹਾਡੇ ਮਾਂ-ਬਾਪ ਦਾ ਸਾਇਆ ਤੇ ਤੁਹਾਡਾ ਸਾਇਆ ਆਪਣੇ ਬੱਚਿਆਂ ਦੇ ਸਿਰ ਤੇ ਸਲਾਮਤ ਰੱਖੇ। ਜੀ ਭਾਜੀ। ਅੱਛਾ ਮੈਂ ਨਾਜ਼ਰੀਨ ਤੁਹਾਨੂੰ ਕੋਈ ਗੱਲ ਦੱਸਣੀ ਸੀ। ਇਹ ਭਾਈ ਇਹ ਪੁੱਤਰ ਹੈ, ਬਹੁਤ ਅੱਛਾ ਵੇ, ਬਹੁਤ ਅੱਛਾ ਬੱਚਾ ਹੈ, ਔਰ ਇਹਦੇ ਜਿਹੜੇ ਚੈਨਲ ਹੈਗਾ ਨਾ ਜਿਹੜਾ ਨੇ ਕਰ ਰਿਹਾ ਵੇ, ਇਹਨੂੰ ਆਪਣੀ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ ਔਰ ਤੁਹਾਡੇ ਹੌਸਲੇ ਦੀ ਜ਼ਰੂਰਤ ਹੈਗੀ। ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਔਰ ਇਹਨੂੰ ਆਪਣੀਆਂ ਨੇਕ ਦੁਆਵਾਂ ਦੇ ਨਾਲ ਇਹਨੂੰ ਅੱਗੇ ਵਧਾਵੋ। ਦੇਖੋ ਅਸੀਂ ਇੱਕ ਦੂਸਰੇ ਨੂੰ ਮਿਲ ਕੇ, ਇੱਕ ਦੂਸਰੇ ਦਾ ਹੱਥ ਫੜ ਕੇ ਅਸੀਂ ਅੱਗੇ ਵਧਾਂਗੇ। ਤੇ ਇਹਨੂੰ ਤੁਸੀਂ ਇਹਦੇ ਚੈਨਲ ਨੂੰ ਲਾਈਕ ਕਰੋ, ਇਹਨੂੰ ਬਹੁਤ ਅੱਛੇ ਦੇਵੋ, ਕਮੈਂਟ ਦੇਵੋ ਔਰ ਇਹਨੂੰ ਸਬਸਕ੍ਰਾਈਬ ਕਰੋ ਔਰ ਇਹਦੇ ਚੈਨਲ ਨੂੰ ਤਰੱਕੀ ਦੇਵੋ। ਮਿਹਰਬਾਨੀ। ਠੀਕ ਹੈ ਨਾਜ਼ਰੀਨ, ਇਸ ਦੇ ਨਾਲ ਹੀ ਅੱਜ ਤੁਹਾਨੂੰ ਬਾਜੀ ਗੋਰੀ ਦੇ ਨਾਲ ਤੁਹਾਨੂੰ ਮਿਲਾਇਆ ਵੇ। ਜੀ ਗੋਰੀ ਦੇ ਨਾਲ ਸਾਡੀ ਮੁਲਾਕਾਤ ਹੋਈ, ਮਾਸ਼ਾਅੱਲਾ ਬਹੁਤ ਅੱਛੀ ਗੱਲਾਂ ਕੀਤੀਆਂ ਤੇ ਇਸ ਦੇ ਨਾਲ ਹੀ ਨਾਜ਼ਰੀਨ ਸਾਨੂੰ ਦਿਓ ਜੀ ਇਜਾਜ਼ਤ। ਅੱਲਾਹ ਹਾਫਿਜ਼।